ਤੁਹਾਡੀ ਸਰਕਾਰ ਸੀ ਪਿਛਲੇ 5 ਸਾਲਾਂ ਦੇ ਵਿੱਚ, ਤਾਂ ਤੁਸੀਂ ਕੀ ਆਪਣੇ ਵੱਲੋਂ ਵੀ ਕੋਸ਼ਿਸ਼ ਨਹੀਂ ਕੀਤੀ ਉਸ ਪੁਲ ਦੇ ਲਈ? ਕੀ ਰੋਡ ਮੈਪ ਹੋਏਗਾ ਤੁਹਾਡਾ? ਕਿਹੜੇ ਅਜਿਹੇ ਕੰਮ ਨੇ ਜੋ ਤੁਸੀਂ ਆਪਣੇ ਹਲਕੇ ਲਈ ਕਰਨਾ ਚਾਹੁੰਦੇ ਹੋ ਪਹਿਲ ਦੇ ਆਧਾਰ ਤੇ? ਗਾਵੜੀਆ ਸਾਹਿਬ ਉਦੋਂ ਪਹਿਲੇ ਰਹੇ ਨੇ, ਇੱਥੋਂ ਮੰਤਰੀ ਵੀ ਰਹੇ ਨੇ, ਉਦੋਂ ਵੀ ਨਹੀਂ ਕੀਤਾ। ਕਿ ਅਗਰ ਕੋਈ ਅਣਜਾਣ ਬੰਦਾ ਉੱਥੇ ਆਏਗਾ ਜਾਂ ਮੀਂਹ ਦਾ ਮੌਸਮ ਹੋਏ ਤਾਂ ਉਹ ਸੱਟ ਲੱਗਣ ਦੇ ਉਹਦੇ ਬਹੁਤ ਜ਼ਿਆਦਾ ਚਾਂਸ ਨੇ। ਅਗਰ ਕਿਸੇ ਬੰਦੇ ਦੇ ਸੱਟ ਲੱਗਦੀ ਹੈ, ਈਵਨ ਕਿ ਲੱਗਦੀਆਂ ਵੀ ਨੇ, ਪਰ ਅਗਰ ਮੰਨ ਲਓ ਕਿ ਉੱਥੇ ਕੋਈ ਕਿਸੇ ਵੀ ਬੰਦੇ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਮੰਨਦੇ ਹੋ? ਇੱਕ ਟਾਈਮ ਤੇ ਇੱਕ ਸਾਈਡ ਤੋਂ ਗੱਡੀਆਂ ਚੱਲ ਸਕਦੀਆਂ ਨੇ, ਦੋ ਗੱਡੀਆਂ ਕ੍ਰਾਸ ਵੀ ਨਹੀਂ ਕਰਦੀਆਂ। ਮੈਂ 25 ਸਾਲ ਪਹਿਲੇ ਡਿਗਰੀ ਕੀਤੀ ਹੈ, ਉਸੇ ਲੈਬੋਰੇਟਰੀ 'ਚ ਅੱਜ ਡਿਗਰੀ ਕਰ ਰਹੇ ਨੇ, ਉਸੇ 'ਚ ਮੇਰੇ ਤੋਂ ਪਹਿਲੇ ਵਾਲੇ ਕਰਕੇ ਗਏ ਨੇ। ਥੋੜ੍ਹਾ ਬਹੁਤਾ ਬਦਲਾਅ ਹੈ ਤੇ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ। ਲੋਕਾਂ ਨੇ ਤਾਂ ਇਤਿਹਾਸ 'ਚ ਨਾਂ ਲਿਖਤਾ ਸੀ, ਇੰਨਾ ਵੱਡਾ ਮੈਂਡੇਟ ਦਿੱਤਾ, 2 ਵਾਰੀ ਆਜ਼ਾਦ ਜਿਤਾ ਕੇ। ਦੇਖਦੇ ਨੇ ਵੀ ਇੱਕ ਤਾਂ ਕੈਂਡੀਡੇਟ ਬਲਵਿੰਦਰ ਬੈਂਸ ਹੋਣੀ ਹੋ ਗਏ ਜਿਹੜੇ 10 ਸਾਲ ਫੇਲ ਹੋਏ ਨੇ, ਤੇ ਸਾਰੇ ਕੈਂਡੀਡੇਟ ਰਲ ਕੇ ਸਾਰੀਆਂ ਪਾਰਟੀਆਂ ਦੇ ਗਾਵੜੀਆ ਸਾਹਿਬ ਦੀ ਮਦਦ ਕਰਨ ਲੱਗਣ ਤਾਂ ਵੀ ਨੋਟਾ ਜਿੱਤ ਜੂਗਾ, ਵੀ ਗਾਵੜੀਆ ਸਾਹਿਬ ਨਹੀਂ ਜਿਤਾ ਹੋਣੇ। ਇੱਕ ਆਮ ਆਦਮੀ ਦੇ ਨੇ, ਉਹ ਮੈਡਮ ਨੂੰ ਕੋਈ ਜਾਣਦਾ ਹੀ ਨਹੀਂ, ਬਹੁਤਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਦਾ ਵੀ ਉਹ ਕੌਣ ਨੇ, ਕਿੱਥੋਂ ਨੇ। ਉਹ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜ ਰਹੇ, ਉਹ ਲਾੜੀ ਬੀਜੇਪੀ ਦੇ ਚੋਣ ਨਿਸ਼ਾਨ ਤੇ ਰਹੇ ਨੇ। ਫਿਰ ਜਦੋਂ ਬੰਦਾ ਆਪਣੇ ਚੋਣ ਨਿਸ਼ਾਨ ਤੇ ਨਾ ਲੜੇ, ਤੁਸੀਂ ਸਮਝ ਸਕਦੇ ਹੋ ਕੀ ਹਾਲਾਤ ਨੇ। ਇਹ ਵੀ ਇੱਕ ਕਾਰਨ ਹੈ ਕਿ ਸਭ ਨੂੰ ਪਤਾ ਹੈ ਵੀ ਸਰਕਾਰ ਤੋਂ ਬਾਹਰ ਰਹੇ ਆ 10 ਸਾਲ, ਨੁਕਸਾਨ ਉਠਾਇਆ ਹਲਕੇ ਨੇ। ਐਮਐਲਏ ਸਾਹਿਬ ਨੇ ਕਦੀ ਵਿਧਾਨ ਸਭਾ 'ਚ ਖੜ ਕੇ ਹਲਕੇ ਲਈ ਕੁਝ ਮੰਗਿਆ ਵੀ ਨਹੀਂ। ਲਿਆਉਣਾ ਛੱਡ ਦੋ, ਨਹੀਂ ਲਿਆ ਹੋਇਆ, ਬੰਦਾ ਮੰਗ ਤਾਂ ਸਕਦਾ ਹੈ। ਇਹ ਤਾਂ ਕਹਿ ਸਕਦਾ ਮੇਰੇ ਸਕੂਲ ਅਪਗ੍ਰੇਡ ਕਰ ਦਿਓ, ਕਾਲਜ, ਡਿਸਪੈਂਸਰੀ, ਕੁਝ ਨਹੀਂ ਮੰਗਿਆ ਹਲਕੇ ਲਈ। ਆਪਣੇ ATI ITI 'ਚ ਕੋਰਸਿਸ ਨੇ, ਪਰ ਉਹ ਕੋਰਸਿਸ ਉਹ ਨਹੀਂ ਵੀ ਜਿਹੜੇ ਇੰਡਸਟਰੀ ਨੂੰ ਜ਼ਰੂਰਤ ਹੈ। ਕਾਉਂਸਲਰ ਨੂੰ ਇੱਕ ਨੂੰ ਫੰਡ ਆਊਟਰ ਵਾਰਡ ਵਾਲੇ ਨੂੰ 1.5 ਕਰੋੜ 2 ਕਰੋੜ ਰੁਪਇਆ ਸਾਲ ਦਾ ਮਿਲਦਾ ਹੈ। ਪੈਸੇ ਲੱਗਦੇ ਹਰ ਚੀਜ਼ ਤੇ। ਫਿਰ ਲਾਈਟਾਂ, ਸੀਵਰੇਜ, ਵਾਟਰ ਸਪਲਾਈ, ਆਬਾਦੀ ਜ਼ਿਆਦਾ ਹੈ, ਵੋਟਰ ਘੱਟ ਨੇ। ਮਤਲਬ ਚੰਨੀ ਸਾਹਿਬ ਨੂੰ ਡੀਕ ਰਹੇ ਸੀ ਸਿਰਫ ਸੁਣਨ ਨੂੰ, ਦੇਖਣ ਨੂੰ, ਵੀ ਯਾਰ ਚੰਨੀ ਸਾਹਿਬ ਸਾਡੇ ਇੱਕ ਲੋਕਾਂ 'ਚ ਆਸ ਦੀ ਕਿਰਨ ਹੈ ਵੀ ਇਹ ਸਾਡਾ CM ਹੈ। ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਪ੍ਰੀਤ ਸਿੰਘ। ਪੰਜਾਬ ਦੇ ਵਿੱਚ ਚੋਣ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਦੇ ਲਈ ਜੋ ਵੋਟਾਂ ਪੈਣ ਜਾ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਜੋ ਹਰ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਪੰਜਾਬ 'ਚ ਵਾਅਦਿਆਂ ਅਤੇ ਦਾਅਵਿਆਂ ਦਾ ਦੌਰ ਕਹੀਏ ਤਾਂ ਉਹ ਸ਼ੁਰੂ ਹੋਇਆ ਹੈ। ਹੁਣ ਸਾਡੇ ਨਾਲ ਅੱਜ ਮੌਜੂਦ ਨੇ ਲੁਧਿਆਣਾ ਦੱਖਣੀ ਤੋਂ ਈਸ਼ਵਰਜੋਤ ਸਿੰਘ ਚੀਮਾ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਰੋਡ ਮੈਪ ਹੈ, ਉਹ ਕਿਸ ਤਰੀਕੇ ਨਾਲ ਜੋ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਧੰਨਵਾਦੀ ਹਾਂ ਵੀ ਤੁਸੀਂ ਮੌਕਾ ਦਿੱਤਾ ਤੁਹਾਡੇ ਚੈਨਲ ਦੇ ਵੀਵਰਸ ਨਾਲ ਰੂਬਰੂ ਹੋਣ ਦਾ। ਸਰ, ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ ਕਿਸ ਤਰੀਕੇ ਦਾ ਮਾਹੌਲ ਹੈ, ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਵੱਲੋਂ, ਕੰਪੇਨਿੰਗ ਕਿੱਦਾਂ ਚੱਲ ਰਹੀ ਹੈ? ਸੱਚੀ ਗੱਲ ਹੈ, ਇੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ, ਕਿਉਂਕਿ ਜਿਹੜੇ ਸੱਜਣਾਂ ਨੂੰ 10 ਸਾਲ ਦੀ ਸੇਵਾ ਦਿੱਤੀ ਹੋਈ ਸੀ ਉਹਨਾਂ ਨੇ ਲੋਕਾਂ ਨਾਲ ਧਰੋ ਕਮਾਇਆ। ਲੋਕਾਂ ਨੇ ਤਾਂ ਇਤਿਹਾਸ 'ਚ ਨਾਂ ਲਿਖਤਾ ਸੀ, ਇੰਨਾ ਵੱਡਾ ਮੈਂਡੇਟ ਦਿੱਤਾ, 2 ਵਾਰੀ ਆਜ਼ਾਦ ਜਿਤਾ ਕੇ। ਪਰ ਉਹਨਾਂ ਨੇ ਜਦੋਂ ਹਲਕੇ ਲਈ ਕੀਤਾ ਕੁਛ ਨਹੀਂ, ਤੇ ਲੋਕਾਂ 'ਚ ਇੱਕ ਚੇਂਜ ਦਾ ਉਹ ਹੈਗਾ ਵੀ ਬਦਲਾਅ ਚਾਹੀਦਾ ਹੈ। ਤੇ ਜਦੋਂ ਸਾਰੇ ਕੈਂਡੀਡੇਟਸ ਨੂੰ ਕੰਪੇਅਰ ਕਰਦੇ ਨੇ ਤੇ ਦੇਖਦੇ ਨੇ ਵੀ ਇੱਕ ਤਾਂ ਕੈਂਡੀਡੇਟ ਬਲਵਿੰਦਰ ਬੈਂਸ ਹੋਣੀ ਹੋ ਗਏ ਜਿਹੜੇ 10 ਸਾਲ ਫੇਲ ਹੋਏ ਨੇ, ਦੂਜੇ ਪਾਸੇ ਅਕਾਲੀ ਦਲ ਵੱਲੋਂ ਮੰਤਰੀ ਹੀਰਾ ਸਿੰਘ ਗਾਵੜੀਆ ਜੀ ਨੇ, ਉਹ ਆਪਾਂ ਨੂੰ ਪਤਾ ਵੀ 7 ਤੋਂ 12 ਤੱਕ ਮੰਤਰੀ ਰਹੇ ਨੇ, ਤੇ ਜਿੰਨੇ ਕੁ ਚੰਨ ਉਹਨਾਂ ਨੇ ਚੜਾਏ ਨੇ, ਤੇ ਉਹਨਾਂ ਦੇ ਜਿਹੜੇ ਸਪੋਰਟਰ ਸੀ, ਉਹਨਾਂ ਦੇ PA ਸੀਗੇ। ਮੇਰਾ ਖਿਆਲ ਅਗਰ ਸਾਰੇ ਕੈਂਡੀਡੇਟ ਵਿਡਰਾਅ ਕਰ ਲੈਣ ਤੇ ਸਾਰੇ ਕੈਂਡੀਡੇਟ ਰਲ ਕੇ ਸਾਰੀਆਂ ਪਾਰਟੀਆਂ ਦੇ ਗਾਵੜੀਆ ਸਾਹਿਬ ਦੀ ਮਦਦ ਕਰਨ ਲੱਗਣ ਤਾਂ ਵੀ ਨੋਟਾ ਜਿੱਤ ਜੂਗਾ, ਵੀ ਗਾਵੜੀਆ ਸਾਹਿਬ ਨਹੀਂ ਜਿਤਾ ਹੋਣੇ। ਤੇ ਇੱਕ ਆਮ ਆਦਮੀ ਦੇ ਨੇ, ਉਹ ਮੈਡਮ ਨੂੰ ਕੋਈ ਜਾਣਦਾ ਹੀ ਨਹੀਂ, ਬਹੁਤਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਦਾ ਵੀ ਉਹ ਕੌਣ ਨੇ, ਕਿੱਥੋਂ ਨੇ। ਸੋ ਇਸੇ ਤਰੀਕੇ ਜਿਹੜੇ ਇੱਕ ਪੰਜਾਬ ਲੋਕ ਕਾਂਗਰਸ ਦੇ ਨੇ,
ਉਹ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜ ਰਹੇ, ਉਹ ਲਾੜੀ ਬੀਜੇਪੀ ਦੇ ਚੋਣ ਨਿਸ਼ਾਨ ਤੇ ਰਹੇ ਨੇ। ਫਿਰ ਜਦੋਂ ਬੰਦਾ ਆਪਣੇ ਚੋਣ ਨਿਸ਼ਾਨ ਤੇ ਨਾ ਲੜੇ, ਤੁਸੀਂ ਸਮਝ ਸਕਦੇ ਹੋ ਕੀ ਹਾਲਾਤ ਨੇ। ਸੋ ਇਹੋ ਜਿਹੇ ਹਾਲਾਤਾਂ 'ਚ ਸਾਰਿਆਂ ਦੀ ਉਮੀਦ ਕਾਂਗਰਸ ਵੱਲ ਹੈ। ਤੇ ਦੂਜੀ ਇਹ ਵੀ ਇੱਕ ਕਾਰਨ ਹੈ ਕਿ ਸਭ ਨੂੰ ਪਤਾ ਹੈ ਵੀ ਸਰਕਾਰ ਤੋਂ ਬਾਹਰ ਰਹੇ ਆ 10 ਸਾਲ, ਨੁਕਸਾਨ ਉਠਾਇਆ ਹਲਕੇ ਨੇ। ਤੇ ਜੇ ਹਲਕੇ ਨੂੰ ਤਰੱਕੀ ਦੀ ਲੀਹਾਂ ਤੇ ਪਾਉਣਾ ਹੈ, ਜੇ ਡਿਵੈਲਪਮੈਂਟ ਕਰਾਉਣੀ ਹੈ, ਜੇ ਸਕੂਲ ਅਪਗ੍ਰੇਡ ਕਰਾਉਣੇ ਆ, ਡਿਸਪੈਂਸਰੀਆਂ ਹਸਪੀਟਲ ਲਿਆਉਣੇ ਆ, ਜੇ ਕੋਈ ਪਾਰਕ ਸਟੇਡੀਅਮ ਗਰਾਊਂਡ ਕੋਈ ਹੋਰ ਡਿਵੈਲਪਮੈਂਟ ਦੇ ਕੰਮ ਕਰਾਉਣੇ ਆ, ਜੇ ਕਾਉਂਸਲਰਾਂ ਨੂੰ ਤਾਕਤ ਦੇਣੀ ਹੈ ਵੀ ਉਹਨਾਂ ਕੋਲ ਪੈਸੇ ਹੋਣ, ਫੰਡਸ ਹੋਣ ਵੀ ਉਹ ਸਾਰੇ ਕੰਮ ਕਰ ਸਕਣ, ਤੇ ਸਰਕਾਰ ਦਾ ਐਮਐਲਏ ਬਣਾਉਣਾ ਜ਼ਰੂਰੀ ਹੈ। ਤੇ ਸਭ ਨੂੰ ਪਤਾ ਸਰਕਾਰ ਕਾਂਗਰਸ ਦੀ ਬਣ ਜਾ ਰਹੀ ਹੈ ਤੇ ਰੁਝਾਨ ਇਸ ਕਰਕੇ ਇੰਨਾ ਜ਼ਿਆਦਾ ਹੈ ਤੇ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ। ਮਤਲਬ ਇਹ ਜੇ ਮੈਂ ਕਹਦਾ ਵੀ ਮੇਰੀ ਸੋਚ ਤੋਂ ਵੀ ਬਾਹਰ ਹੈ ਤੇ ਵੱਡਾ ਹੈ, ਤੇ ਮੈਂ ਸੱਚੀ ਬਹੁਤ ਛੋਟਾ ਆਦਮੀ ਆ ਤੇ ਲੋਕਾਂ ਦਾ ਇੰਨਾ ਪਿਆਰ ਜਿਹੜਾ ਮੇਰੀ ਝੋਲੀ ਪੈ ਰਿਹਾ, ਪਰਮਾਤਮਾ ਮੈਨੂੰ ਇੰਨੀ ਤਾਕਤ ਦੇ ਵੀ ਮੈਂ ਸਾਰਾ ਸਾਂਭ ਸਕਾਂ। ਸਰ ਕੀ ਰੋਡ ਮੈਪ ਹੋਏਗਾ ਤੁਹਾਡਾ? ਕਿਹੜੇ ਅਜਿਹੇ ਕੰਮ ਨੇ ਜੋ ਤੁਸੀਂ ਆਪਣੇ ਹਲਕੇ ਲਈ ਕਰਨਾ ਚਾਹੁੰਦੇ ਹੋ ਪਹਿਲ ਦੇ ਆਧਾਰ ਤੇ? ਉਹ ਕਿਹੜੇ ਕੰਮ ਨੇ ਜ਼ਰੂਰ ਦੱਸੋ। ਭਾਜੀ ਤੁਸੀਂ ਦੇਖੋ 10 ਸਾਲਾਂ ਦੇ ਵਿੱਚ ਐਮਐਲਏ ਸਾਹਿਬ ਨੇ ਕਦੀ ਵਿਧਾਨ ਸਭਾ 'ਚ ਖੜ ਕੇ ਹਲਕੇ ਲਈ ਕੁਝ ਮੰਗਿਆ ਵੀ ਨਹੀਂ। ਲਿਆਉਣਾ ਛੱਡ ਦੋ, ਨਹੀਂ ਲਿਆ ਹੋਇਆ। ਬੰਦਾ ਮੰਗ ਤਾਂ ਸਕਦਾ ਹੈ, ਇਹ ਤਾਂ ਕਹਿ ਸਕਦਾ ਮੇਰੇ ਸਕੂਲ ਅਪਗ੍ਰੇਡ ਕਰ ਦਿਓ, ਕਾਲਜ, ਡਿਸਪੈਂਸਰੀ। ਕੁਛ ਨਹੀਂ ਮੰਗਿਆ ਹਲਕੇ ਲਈ, ਇੱਕ ਵੀ ਸਕੂਲ ਅਪਗ੍ਰੇਡ ਨਹੀਂ ਹੋਇਆ। ਠੀਕ ਹੈ, ਹਜੇ ਤਾਂ ਚਲੋ ਸੀਵਰੇਜ ਦਾ ਧੂੰਆਂ ਨਿਕਲਿਆ ਪਿਆ, ਬੈਕ ਮਾਰ ਰਿਹਾ, ਗਲੀਆਂ 'ਚ ਸੀਵਰੇਜ ਦਾ ਪਾਣੀ ਘੁੰਮ ਰਿਹਾ, ਗਲੀਆਂ ਟੁੱਟ ਰਹੀਆਂ ਨੇ, ਪਾਣੀ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਹੈ। ਇਹ ਤਾਂ ਮੁੱਢਲੀਆਂ ਸਹੂਲਤਾਂ ਤੋਂ ਹੀ ਹਲਕਾ ਜੇ ਵਾਂਝਾ ਪਿਆ। ਪਰ ਉਦੋਂ ਇਲਾਵਾ 10 ਸਾਲਾਂ 'ਚ ਕੋਈ ਸਕੂਲ ਅਪਗ੍ਰੇਡ ਨਹੀਂ ਹੋਇਆ, ਇੱਕ ਵੀ ਸਰਕਾਰੀ ਸਕੂਲ, ਕੋਈ ਸਰਕਾਰੀ ਸਕੂਲ ਨਵਾਂ ਨਹੀਂ ਬਣਿਆ, ਕੋਈ ਡਿਸਪੈਂਸਰੀ ਨਹੀਂ ਬਣੀ, ਕੋਈ ਸਰਕਾਰੀ ਹਸਪੀਟਲ ਨਹੀਂ ਬਣਿਆ, ਕੋਈ ਡੰਗਰਾਂ ਦਾ ਕੋਈ ਹਸਪੀਟਲ, ਕੋਈ ਕੁਛ ਨਹੀਂ, ਕੋਈ ਨਵਾਂ ਕੋਈ ਪਾਰਕ, ਕੋਈ ਜੇ ਕਹਿ ਦਈਏ ਸਟੇਡੀਅਮ ਜਾਂ ਕੋਈ ਨਵਾਂ ਪ੍ਰੋਜੈਕਟ ਆਇਆ ਹੋਏ, ਕੋਈ ਉਹ ਨਹੀਂ ਆਇਆ। ਸੋ ਗੱਲ ਇਹ ਬਈ ਜੇ ਕਹਿ ਦਈਏ ਬਈ ਇਹਨਾਂ ਲੋਕਾਂ ਨੇ ਹਲਕਾ ਹੁਣ ਇਹ 2 ਹਿੱਸਿਆਂ 'ਚ ਤਕਰੀਬਨ ਵੰਡਿਆ ਜਾਂਦਾ, 3 ਹਿੱਸਿਆਂ 'ਚ। ਇੱਕ ਤਾਂ ਦਿੱਲੀ ਰੋਡ ਤੋਂ ਪਾਰ ਹੈ, ਉਹ ਵੀ ਐਂ ਇੱਕ ਆਈਲੈਂਡ ਮੰਗਣ ਅਲੱਗ ਹੋਇਆ। ਇੱਕ ਜਿੱਥੇ ਆਪਾਂ ਬੈਠੇ ਆ, ਇਹ ਦਿੱਲੀ ਰੋਡ ਤੇ ਗਿੱਲ ਰੋਡ ਇਹਦੇ ਨਹਿਰ ਦੇ ਵਿਚਾਲੇ ਦਾ ਇਲਾਕਾ ਆ ਗਿਆ। ਦੂਜਾ ਇਲਾਕਾ ਆ ਗਿਆ ਨਹਿਰੋਂ ਪਾਰ ਦਾ। ਤੇ ਨਹਿਰੋਂ ਪਾਰ ਜਾਣਾ ਹੋਏ ਤੇ ਫਿਰ ਇੱਕ ਪੁਲ ਈਸ਼ਰ ਨਗਰ ਵਾਲਾ, ਉਹ ਪੁਰਾਣਾ ਬਣਿਆ ਹੋਇਆ, ਮਤਲਬ 2002 ਵਾਲੀ ਗਵਰਨਮੈਂਟ ਤੋਂ ਪਹਿਲਾਂ। ਤੇ ਦੂਜਾ ਇੱਧਰੋਂ ਕੋਈ ਪੁਲ ਅਜੇ ਤੱਕ ਬਣਿਆ ਨਹੀਂ। ਜਿਹੜਾ ਆਹ ਪੁਲ ਹੈ ਲੋਹਾਰੇ ਵਾਲਾ, ਉਹ ਸਿੰਗਲ ਪੁਲ ਹੈ। ਤੇ ਉਹਦੇ 'ਚ ਤਰੱਕੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਪਿਛੜ ਗਈ ਹੈ। ਮਤਲਬ ਲੋਕ ਜਦੋਂ ਹਲਕਾ ਹੀ ਆਈਲੈਂਡਸ ਮੰਗਣ ਵੰਡਿਆ ਜਾਏ ਤੇ ਫਿਰ ਤਰੱਕੀ ਕਿਵੇਂ ਹੋਊਗੀ? ਤੁਸੀਂ ਦੱਸੋ ਜੀ ਇਸ ਚੀਜ਼ ਦੀ। ਸਰ ਪੁਲ ਦੀ ਤੁਸੀਂ ਗੱਲ ਕੀਤੀ ਹੈ, ਅਸੀਂ ਵੀ ਦੇਖ ਕੇ ਆਏ, ਅਸੀਂ ਵੀ ਲੰਘ ਕੇ ਆਉਂਦੇ ਹਾਂ, ਤਾਂ ਉਹ ਇੱਕ ਆਮ ਲੋਕ ਉਸ ਦੇ ਪੁਲ ਦੇ ਉੱਪਰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ। ਤੁਸੀਂ ਬਿਲਕੁਲ ਦੇਖਿਆ ਹੋਏਗਾ ਕਿ ਉੱਥੇ ਜਾਮ ਦੀ ਜੋ ਪ੍ਰੋਬਲਮ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਬਣੀ ਹੋਈ ਹੈ ਇਸ ਟਾਈਮ ਤੇ, ਔਰ ਕਈ ਲੋਕ ਉੱਥੇ ਹਾਦਸੇ ਦਾ ਸ਼ਿਕਾਰ ਵੀ ਹੁੰਦੇ ਨੇ। ਤਾਂ ਤੁਹਾਡੀ ਸਰਕਾਰ ਸੀ ਪਿਛਲੇ 5 ਸਾਲਾਂ ਦੇ ਵਿੱਚ, ਤਾਂ ਤੁਸੀਂ ਕੀ ਆਪਣੇ ਵੱਲੋਂ ਵੀ ਕੋਸ਼ਿਸ਼ ਨਹੀਂ ਕੀਤੀ ਉਸ ਪੁਲ ਦੇ ਲਈ? ਸਰ ਦੇਖੋ, ਸਰਕਾਰ ਤੋਂ ਇਲਾਵਾ ਜ਼ਰੂਰਤ ਹੁੰਦੀ ਹੈ ਬਈ ਜਿਹੜੇ ਲੋਕ ਚੁਣੇ ਹੋਏ ਨੁਮਾਇੰਦੇ ਨੇ ਉਹ ਐਫਰਟ ਕਰਨ। ਸੋ ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ ਜਦੋਂ ਗਵਰਨਮੈਂਟ 'ਚ ਰਹੇ ਨੇ ਚੁਣੇ ਹੋਏ ਨੁਮਾਇੰਦੇ, ਐਮਐਲਏ ਸਾਹਿਬ, ਬੈਂਸ ਸਾਹਿਬ, ਉਦੋਂ ਵੀ ਨਹੀਂ ਕੀਤਾ। ਤੇ ਗਾਵੜੀਆ ਸਾਹਿਬ ਉਦੋਂ ਪਹਿਲੇ ਰਹੇ ਨੇ, ਇੱਥੋਂ ਮੰਤਰੀ ਵੀ ਰਹੇ ਨੇ, ਉਦੋਂ ਵੀ ਨਹੀਂ ਕੀਤਾ। ਹੁਣ ਉਹ ਇੱਕ ਸਿੰਗਲ ਪੁਲ ਹੈ, ਇੱਕ ਟਾਈਮ ਤੇ ਇੱਕ ਸਾਈਡ ਤੋਂ ਗੱਡੀਆਂ ਚੱਲ ਸਕਦੀਆਂ ਨੇ, 2 ਗੱਡੀਆਂ ਕ੍ਰਾਸ ਵੀ ਨਹੀਂ ਕਰਦੀਆਂ। ਤੇ ਜਦੋਂ ਇਹੋ ਜਿਹੇ ਹਾਲਾਤ ਹੋਣ ਉੱਥੇ, ਹੁਣ ਅਸਲੀਅਤ ਇਹ ਹੈ, ਰਿਕੁਐਸਟ ਕੀਤੀ ਸੀ ਕਾਰਪੋਰੇਸ਼ਨ ਨੂੰ, ਉਹਨਾਂ ਨੇ ਇੱਕ 45 ਫੁੱਟ ਦੇ 2 ਚੌੜੇ 2 ਪੁਲ ਬਣਾ ਰਹੇ ਨੇ ਉਹਦੇ ਨਾਲ ਸਾਈਡ ਤੇ। ਇਹ ਪੁਲ ਐਂ ਹੀ ਰਹੂਗਾ, 2 ਪੁਲ ਨਾਲ ਬਣਾ ਰਹੇ ਨੇ ਆਪਰੇਸ਼ਨਲ। ਉਹਨਾਂ ਦੀ ਕੁਝ ਕਾਸਟ ਦੇ ਜਿਹੜੇ ਸੀਗੀ, ਜਦੋਂ ਕਾਸਟ ਕ੍ਰਾਸ ਕਰ ਜਾਂਦੀ ਹੈ ਇੱਕ ਲਿਮਿਟ, ਤੇ ਉਹ ਚੰਡੀਗੜ੍ਹ ਜਾਂਦੀ ਹੈ ਉਹਦੀ ਸਾਰੀ ਵੈਲੂਏਸ਼ਨ ਵਾਸਤੇ। ਸੋ ਉਹ ਗਲਾਡਾ ਦੇ ਥਰੂ ਮੈਨੇਜ ਹੋ ਰਹੇ ਸੀਗੇ, ਤੇ ਉਹ ਚੰਡੀਗੜ੍ਹ ਹੈ, ਉਹਦੀ ਜਿਹੜੀ ਕਾਸਟ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਅਪਰੂਵ ਉਹ ਹੋ ਗਿਆ। ਤੇ ਉਹ ਕੋਸ਼ਿਸ਼ ਕਰਾਂਗੇ ਵੀ ਉਹਨੂੰ ਛੇਤੀ ਸਿਰੇ ਚੜਾਈਏ ਜੀ। ਸਰ ਜਾਣਨਾ ਚਾਹਾਂਗੇ ਕਿ ਸਕੂਲਾਂ ਦੀ ਤੁਸੀਂ ਗੱਲ ਕੀਤੀ ਹੈ, ਸਿੱਖਿਆ ਇੱਕ ਬਹੁਤ, ਸਿੱਖਿਆ ਔਰ ਸਿਹਤ ਦੋਨਾਂ ਚੀਜ਼ਾਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਮੁੱਢਲੀਆਂ ਸਹੂਲਤਾਂ ਨੇ ਜਿਨ੍ਹਾਂ ਦੀ ਆਮ ਲੋਕਾਂ ਨੂੰ ਜ਼ਰੂਰਤ ਹੈ। ਤਾਂ ਸਿੱਖਿਆ ਔਰ ਸਿਹਤ ਦੇ ਲਈ ਤੁਹਾਡਾ ਕੀ ਰੋਡ ਮੈਪ ਹੋਏਗਾ ਆਪਣੇ ਹਲਕੇ ਦੇ? ਦੇਖੋ
ਬੇਸਿਕਲੀ ਸਿੱਖਿਆ ਇੱਕ ਚੀਜ਼ ਹੈ ਜਿਹਦੀ ਸ਼ੌਕ ਨਾਲ ਕਰਨੀ ਪੈਂਦੀ ਹੈ। ਮੈਂ ਆਪ ਬਾਏ ਪ੍ਰੋਫੈਸ਼ਨ ਮਕੈਨੀਕਲ ਇੰਜੀਨੀਅਰ ਹਾਂ। ਮੈਂ ਇੱਥੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ ਹੈ 94-98। ਮੇਰੀ ਵਾਈਫ MSc IT ਹੈ, ਉਹ ਪ੍ਰੋਫੈਸਰ ਹੈ। ਐਂ ਹੀ ਮੇਰੇ ਬੱਚੇ, ਇੱਕ ਬੇਟਾ ਮੇਰਾ ਵਕੀਲ ਬਣ ਗਿਆ, ਬੇਟੀ ਅਜੇ ਪੜ੍ਹ ਰਹੀ ਹੈ ਗ੍ਰੈਜੂਏਸ਼ਨ 'ਚ। ਸੋ ਪੇਰੈਂਟਸ ਮੇਰੇ ਹੈ ਨਹੀਂ, ਇੱਕ ਸਿਸਟਰ ਉਹ ਇੰਗਲੈਂਡ ਹੈ। ਸੋ ਮੇਰੇ ਜਿਹੜੀ ਨਾ ਇੱਕ ਸ਼ੌਕ ਹੈ ਹਮੇਸ਼ਾ ਪੜ੍ਹਾਈ ਦਾ, ਅਤੇ ਖ਼ਾਸ ਤੌਰ 'ਤੇ ਇੱਕ ਇੰਟਰਸਟ ਹੈ ਵੀ ਕੁੜੀਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਮੁੰਡਿਆਂ ਨੂੰ ਫਿਰ ਭੇਜ ਦਿੰਦੇ ਅੱਗੇ ਪਿੱਛੇ, ਅਤੇ ਕੁੜੀਆਂ ਨੂੰ ਜੇ ਨੇੜੇ ਤੇੜੇ ਨਾ ਹੋਏ ਕੋਈ ਚੀਜ਼, ਸਕੂਲ ਜਾਂ ਕਾਲਜ, ਅਤੇ ਉਹਨਾਂ ਦੀ ਪੜ੍ਹਾਈ ਹਮੇਸ਼ਾ ਡਿਸਟਰਬ ਹੁੰਦੀ ਹੈ। ਮੈਂ ਇੱਕ ਕੁੜੀਆਂ ਦੇ ਕਾਲਜ ਦੇ ਵਿੱਚ ਟਰਸਟੀ ਵੀ ਹਾਂ, ਮੈਨੇਜਮੈਂਟ 'ਚ ਗੁਰੂ ਨਾਨਕ ਗਰਲਸ ਕਾਲਜ ਹੈ ਮਾਲ ਟਾਊਨ। ਸੋ ਮੈਂ ਸਾਰੇ ਤੁਸੀਂ ਦੇਖਿਆ ਹੋਣਾ ਸਪੀਚਿਸ 'ਚ ਵੀ ਮੇਰੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਜਦੋਂ ਇੱਕ ਕੁੜੀ ਪੜ੍ਹਦੀ ਹੈ ਅਤੇ ਇੱਕ ਮਾਂ ਪੜ੍ਹਦੀ ਹੈ, ਜਦੋਂ ਇੱਕ ਮਾਂ ਪੜ੍ਹਦੀ ਹੈ ਅਤੇ ਜਦੋਂ ਉਹ ਵਿਆਹ ਤੋਂ ਬਾਅਦ ਉਹਦੇ ਬੱਚੇ ਹੁੰਦੇ, ਆਪਣੇ ਬੱਚਿਆਂ ਦਾ ਵੀ ਪੜ੍ਹਾਈ ਵੱਲ ਨੂੰ ਇੰਟਰਸਟ ਆਉਂਦਾ, ਅਤੇ ਇੱਕ ਪਰਿਵਾਰ ਪੜ੍ਹਦਾ। ਜਦੋਂ ਪਰਿਵਾਰ ਪੜ੍ਹਿਆ ਲਿਖਿਆ ਹੁੰਦਾ ਅਤੇ ਪਰਿਵਾਰ ਜੋਬ 'ਤੇ ਜਾਂਦਾ ਅਤੇ ਸੰਪੰਨ ਹੁੰਦਾ, ਆਪਣੇ ਆਪ 'ਚ ਕਮਾਉਣ ਖਾਣ ਲੱਗਦਾ, ਕਿਸੇ ਵੱਲ ਨੂੰ ਝਾਕ ਨਹੀਂ ਰਹਿੰਦੀ। ਸੋ ਇਸ ਕਰਕੇ ਅਗਰ ਆਪਾਂ ਚਾਹੁੰਦੇ ਹਾਂ ਵੀ ਲੋਕਾਂ ਦਾ ਜੀਵਨ ਸਤਰ ਉੱਚਾ ਕੀਤਾ ਜਾਏ ਤਾਂ ਪੜ੍ਹਾਈ ਜ਼ਰੂਰੀ ਹੈ। ਪਰ ਇਹਦੇ ਨਾਲ ਇੱਕ ਚੀਜ਼ ਜਿਹੜੀ ਵੱਡੀ ਪ੍ਰੋਬਲਮ ਆਪਾਂ ਨੂੰ ਸਮਝਣੀ ਪੈਣੀ ਹੈ ਵੀ ਆਪਣੇ ਪੜ੍ਹਾਈ ਦਾ ਮਾਡਲ ਆਊਟਡੇਟਡ ਹੋ ਚੁੱਕਿਆ। ਆਪਾਂ ਉਹ ਚੀਜ਼ਾਂ ਪੜ੍ਹਾ ਰਹੇ ਹਾਂ ਜੋ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਨੂੰ ਇੰਪਲੀਮੈਂਟ ਨਹੀਂ ਹੋ ਰਹੀਆਂ। ਫੋਰ ਐਗਜ਼ਾਮਪਲ, ਮੈਂ 25 ਸਾਲ ਪਹਿਲੇ ਡਿਗਰੀ ਕੀਤੀ ਹੈ, ਉਸੇ ਲੈਬੋਰੇਟਰੀ 'ਚ ਅੱਜ ਡਿਗਰੀ ਕਰ ਰਹੇ ਨੇ, ਉਸੇ 'ਚ ਮੇਰੇ ਤੋਂ ਪਹਿਲੇ ਵਾਲੇ ਕਰਕੇ ਗਏ ਨੇ। ਥੋੜ੍ਹਾ ਬਹੁਤਾ ਬਦਲਾਅ ਹੈ ਅਤੇ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ। ਆਪਣੇ ATI ITI 'ਚ ਕੋਰਸਿਸ ਨੇ, ਪਰ ਉਹ ਕੋਰਸਿਸ ਉਹ ਨਹੀਂ ਵੀ ਜਿਹੜੇ ਇੰਡਸਟਰੀ ਨੂੰ ਜ਼ਰੂਰਤ ਹੈ। ਕੋਸ਼ਿਸ਼ ਕੀਤੀ ਸੀ ਅਸੀਂ ਵੀ ਇੰਡਸਟਰੀ ਨਾਲ ਮੀਟਿੰਗ ਕਰਕੇ ਇੰਡਸਟਰੀ ਤੋਂ ਪੁੱਛ ਕੇ ਵੀ ਕਿਹੜੇ ਕੋਰਸਿਸ ਨੇ, ਉਹਨਾਂ ਕੋਰਸਿਸ ਨੂੰ ਪੜ੍ਹਾਇਆ ਜਾਏ। 3 ਮਹੀਨੇ 6 ਮਹੀਨੇ ਸਾਲ ਦੇ ਕੋਰਸਿਸ ਹੋਣ, ਕਰੈਸ਼ ਕੋਰਸਿਸ, ਤਾਂ ਕਿ ਉਹ ਕਰਨ ਤੋਂ ਬਾਅਦ ਬੱਚਾ ਉਸ ਤੋਂ ਬਾਅਦ ਇੰਡਸਟਰੀ 'ਚ ਜੋਬ 'ਤੇ ਜਾਏ। ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਡੂੰਘਾਈ ਨਾਲ ਇੰਪਲੀਮੈਂਟ ਕਰਨਾ ਪੈਣਾ। ਇਹੀ MLAs ਦਾ ਕੰਮ ਹੈ ਵੀ ਇਹੋ ਜਿਹੇ ਕਾਨੂੰਨ ਅਤੇ ਇਹੋ ਜਿਹਾ ਸਿਸਟਮ ਬਣਾਇਆ ਜਾਏ ਕਿ ਲੋਕਾਂ ਦੀ ਖੱਜਲ ਖਰਾਬੀ ਘਟੇ, ਲੋਕਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਏ। ਨਾ ਕਿ MLA ਇਹ ਕਹੇ ਵੀ ਮੈਂ ਦਫ਼ਤਰ 'ਚ ਬੈਠਾ ਸਾਰਾ ਦਿਨ ਟੈਸਟ ਕਰਦਾ ਰਹਿੰਦਾ, ਮੈਂ ਦਫ਼ਤਰ ਸਿਟਿੰਗ ਦੇਣੀ ਕਿਉਂ ਪਏ, ਕਿਉਂ ਕਿਸੇ ਬੰਦੇ ਨੂੰ ਜ਼ਰੂਰਤ ਪਏ ਵੀ ਮੇਰੇ ਕੋਲ ਦਫ਼ਤਰ ਆਏ ਅਤੇ ਜ਼ਲੀਲ ਹੋਏ 2 ਘੰਟੇ ਪਹਿਲੇ, ਮੈਂ ਬਾਈ ਚਾਂਸ ਨਹੀਂ ਹੈਗਾ, ਉਹ ਖੜਾ ਡੀਕੀ ਜਾਏ। ਠੀਕ ਹੈ ਨਾ ਜੀ। ਜੇ ਮੈਂ ਹੋਵਾਂ ਵੀ, ਅਗਲਾ ਕਿਉਂ ਨਾ ਸਿੱਧਾ ਆਫਿਸ ਜਾਏ ਅਤੇ ਕੰਮ ਹੋਏ। ਸਰਕਾਰੀ ਦਫ਼ਤਰ ਜਾਣ ਤੋਂ ਪਹਿਲੇ ਮੇਰੇ ਤੋਂ ਪਰਚੀ ਲਏ, ਜਿਹੜਾ ਮੇਰੇ ਤੋਂ ਪਰਚੀ ਲੈ ਜੇ ਉਹਦਾ ਹੋ ਜੇ, ਜਿਹੜਾ ਨਾ ਲੈ ਕੇ ਜਾਏ ਉਹ ਕਿੱਥੇ ਜਾਊ? ਕੀ ਉਹ ਮੇਰਾ ਵੋਟਰ ਨਹੀਂ? ਸੋ ਇਹ ਸਾਰੇ ਹਲਕੇ ਦੇ ਲਈ ਮਿਹਨਤ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਵੋਟ ਚਾਹੇ ਘੱਟ ਲੋਕ ਪਾਉਣ, ਇੱਕ ਸੈਕਸ਼ਨ ਪਾਉਂਦਾ ਹੁੰਦਾ ਤੁਹਾਨੂੰ ਵੋਟ, ਪਰ ਜਦੋਂ ਬੰਦਾ ਬਣ ਜਾਂਦਾ ਉਦੋਂ ਸਾਰੇ ਹਲਕੇ ਦਾ ਨੁਮਾਇੰਦਾ ਹੁੰਦਾ। ਇਹ ਸਮਝਣ 'ਚ ਜਿਹੜੇ ਸੱਜਣਾਂ ਨੂੰ 2 ਵਾਰੀ MLA ਬਣਾਇਆ ਉਹ ਸਮਝ ਨਹੀਂ ਸਕੇ, ਅਤੇ ਇਹਨਾਂ ਚੀਜ਼ਾਂ ਦਾ ਹੀ ਅੱਜ ਸਾਨੂੰ ਘਟਾ ਹੈ ਅਤੇ ਮਾਰ ਪੈ ਰਹੀ ਹੈ। ਕੀ ਮੰਨਦੇ ਹੋ, ਤੁਹਾਡੀ ਕਿਸ ਉਮੀਦਵਾਰ ਦੇ ਨਾਲ ਟੱਕਰ ਮੰਨਦੇ ਹੋ ਆਪਣੀ ਤੁਸੀਂ? ਤੁਹਾਨੂੰ ਸੱਚੀ ਦੱਸਾਂ, ਮੈਂ ਦੇਖਿਆ ਨਹੀਂ ਇਹ ਗੱਲ। ਤੁਹਾਨੂੰ ਦੱਸ ਹੀ ਦਿੱਤਾ ਸਾਰੇ ਕੈਂਡੀਡੇਟਾਂ ਦੇ ਹਾਲਾਤ ਕੀ ਨੇ। ਬੇਸਿਕਲੀ ਤਾਂ ਲੜਾਈ ਇਸ ਗੱਲ ਦੀ ਲੜ ਰਹੇ ਹਾਂ ਵੀ ਇਸ ਹਲਕੇ ਦੀ ਬਦਨਸੀਬੀ ਨਾਲ ਲੜ ਰਹੇ ਹਾਂ ਵੀ ਜਦੋਂ ਦਾ ਇਲਾਕਾ ਬਣਿਆ ਲੁਧਿਆਣਾ ਸਾਊਥ ਬਹੁਤ ਬੁਰੀ ਤਰ੍ਹਾਂ ਇਗਨੋਰ ਹੋਇਆ, ਅਤੇ ਇਹਦੇ ਕੰਮ ਜਿਹੜੇ ਨੇ ਬਹੁਤ ਬੁਰੀ ਤਰ੍ਹਾਂ ਪੈਂਡਿੰਗ ਰਹੇ ਨੇ। ਉਦੋਂ ਪਹਿਲੇ ਇਲਾਕਾ ਦਿਹਾਤੀ ਦਾ ਹਿੱਸਾ ਸੀ, ਉਦੋਂ ਹਲਕਾ ਬਹੁਤ ਵੱਡਾ ਸੀ, ਡਿਵੈਲਪਮੈਂਟ ਤੋਂ ਸੱਖਣਾ ਰਹਿ ਗਿਆ, ਅਤੇ ਹੁਣ ਸਾਰੇ ਲੁਧਿਆਣੇ ਦੀ ਇੰਡਸਟਰੀ ਇੱਥੇ ਹੈ ਵੱਡੀ, ਸਾਰੇ ਵਰਕਰ ਇੱਥੇ ਨੇ, ਉਹਨਾਂ ਦੇ ਰਹਿੰਦੇ। ਆਬਾਦੀ ਜ਼ਿਆਦਾ ਹੈ, ਵੋਟਰ ਘੱਟ ਨੇ, ਪਰ ਉਹਦੇ ਨਾਲ ਨਾਲ ਛੋਟੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਦੇਣੀਆਂ। ਸੋ ਇੱਥੇ ਸਾਰੇ ਸੰਪੂਰਨ ਭਾਰਤ ਦੀ ਇੱਕ ਤਸਵੀਰ ਹੈ। ਇੱਥੇ UP ਤੋਂ ਬੰਦੇ ਨੇ, ਬਿਹਾਰ ਤੋਂ ਨੇ, ਉੱਤਰਾਖੰਡ ਤੋਂ ਨੇ, ਉੱਤਰਾਂਚਲ ਚੋਂ ਨੇ, ਰਾਜਸਥਾਨ ਤੋਂ ਨੇ, ਹਰਿਆਣੇ ਤੋਂ ਨੇ, ਦਿੱਲੀ ਤੋਂ ਨੇ, ਸਾਊਥ ਇੰਡੀਆ ਤੋਂ ਨੇ, ਸਾਰੇ ਹਿੰਦੁਸਤਾਨ ਦੇ ਬੰਦੇ ਇੱਥੇ ਰਹਿੰਦੇ ਨੇ। ਸੋ ਇੱਥੇ ਜਿਹੜਾ ਮਤਲਬ ਨੁਮਾਇੰਦਾ ਹੈ ਉਹਨੂੰ ਇਸ ਹਲਕੇ ਦੀ ਜਿਵੇਂ ਕਹਿੰਦੇ ਡੈਮੋਗ੍ਰਾਫੀ ਸਮਝ ਕੇ ਮਿਹਨਤ ਕਰਨ ਦੀ ਜ਼ਰੂਰਤ ਹੈ, ਤਾਂ ਕਿ ਸਾਰਿਆਂ ਨੂੰ ਨਾਲ ਲੈ ਕੇ ਹਲਕੇ ਦੀ ਤਰੱਕੀ ਕਰਾਈ ਜਾ ਸਕੇ। ਸਰ, ਇੱਕ ਮੇਰਾ ਸਵਾਲ ਹੋਰ ਹੈ, ਪਹਿਲਾਂ ਵੀ ਤੁਸੀਂ ਜਵਾਬ ਦਿੱਤਾ ਪੁਲ ਨੂੰ ਲੈ ਕੇ। ਇਸ ਹਲਕੇ ਦੀਆਂ ਜਿਹੜਾ ਸੜਕਾਂ ਨੇ ਜਾਂ ਸੀਵਰੇਜ ਨੂੰ ਕਹਿ ਕੇ ਆਪਾਂ ਸਿਸਟਮ ਨੂੰ ਲੈ ਲਏ ਸੀ,
ਤਾਂ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਟੋਏ ਨੇ ਉਹ ਇੰਨੇ ਜ਼ਿਆਦਾ ਸੜਕਾਂ ਦੇ ਵਿੱਚ ਪੈ ਚੁੱਕੇ ਨੇ ਕਿ ਅਗਰ ਕੋਈ ਅਣਜਾਣ ਬੰਦਾ ਉੱਥੇ ਆਏਗਾ ਜਾਂ ਮੀਂਹ ਦਾ ਮੌਸਮ ਹੋਏ ਤਾਂ ਉਹ ਸੱਟ ਲੱਗਣ ਦੇ ਉਹਦੇ ਬਹੁਤ ਜ਼ਿਆਦਾ ਚਾਂਸ ਨੇ। ਅਗਰ ਕਿਸੇ ਬੰਦੇ ਦੇ ਸੱਟ ਲੱਗਦੀ ਹੈ, ਈਵਨ ਕਿ ਲੱਗਦੀਆਂ ਵੀ ਨੇ, ਪਰ ਅਗਰ ਮੰਨ ਲਓ ਕਿ ਉੱਥੇ ਕੋਈ ਕਿਸੇ ਵੀ ਬੰਦੇ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਮੰਨਦੇ ਹੋ? ਦੇਖੋ, ਇਹ ਬਦਨਸੀਬੀ ਰਹੀ ਹੈ। ਮੈਂ ਤਾਂ ਅੱਗੇ ਕਿਹਾ ਤੁਹਾਨੂੰ ਵੀ, ਸਾਡੀ ਲੜਾਈ ਇਸ ਹਲਕੇ ਦੀ ਬਦਕਿਸਮਤੀ ਨਾਲ ਹੈ ਜੀ। ਕਾਉਂਸਲਰ ਨੂੰ ਇੱਕ ਨੂੰ ਫੰਡ ਆਊਟਰ ਵਾਰਡ ਵਾਲੇ ਨੂੰ 1.5 ਕਰੋੜ 2 ਕਰੋੜ ਰੁਪਇਆ ਸਾਲ ਦਾ ਮਿਲਦਾ ਹੈ, ਪਰ 1.5-2 ਕਰੋੜ ਨਾਲ 10 ਗਲੀਆਂ ਵੀ ਨਵੀਆਂ ਨਹੀਂ ਬਣਦੀਆਂ। ਪੈਸੇ ਲੱਗਦੇ ਹਰ ਚੀਜ਼ ਤੇ। ਫਿਰ ਲਾਈਟਾਂ, ਸੀਵਰੇਜ, ਵਾਟਰ ਸਪਲਾਈ। ਆਬਾਦੀ ਜ਼ਿਆਦਾ ਹੈ, ਵੋਟਰ ਘੱਟ ਨੇ, ਪ੍ਰੈਸ਼ਰ ਆਬਾਦੀ ਦਾ। ਪਰ MLA ਦਾ ਇੱਥੇ ਫਰਜ਼ ਆ ਜਾਂਦਾ ਹੈ, ਕਿਉਂਕਿ MP ਉੱਤੇ ਹੁੰਦਾ, ਉਹਨੇ ਸੈਂਟਰ ਗਵਰਨਮੈਂਟ ਨਾਲ ਡੀਲ ਕਰਨਾ ਹੈ। ਸਟੇਟ ਗਵਰਨਮੈਂਟ ਤੋਂ ਪੈਸਾ ਲਿਆ ਕੇ, ਸਟੇਟ ਗਵਰਨਮੈਂਟ ਤੋਂ ਚੀਫ ਮਿਨਿਸਟਰ ਤੋਂ ਪੈਸਾ ਲਿਆ ਕੇ ਸਰਕਾਰ ਤੋਂ ਕਾਉਂਸਲਰਾਂ ਨੂੰ ਦੇਣਾ, ਇਹ MLA ਦਾ ਫਰਜ਼ ਹੈ। ਤੇ ਜਿਹਦੇ 'ਚ MLA ਬੁਰੀ ਤਰ੍ਹਾਂ ਫੇਲ ਹੋਇਆ। ਤੇ ਜਦੋਂ ਸੀਵਰੇਜ ਖਰਾਬ ਹੋਊਗਾ, ਸੜਕਾਂ ਟੁੱਟਣੀਆਂ ਨੇ, ਉਹਦਾ ਹੁਣ 10 ਸਾਲਾਂ 'ਚ, ਉਦੋਂ ਪਹਿਲੇ ਦਿਹਾਤੀ ਦਾ ਹਿੱਸਾ ਸੀ ਹਲਕਾ। ਸੋ ਇੰਨੇ ਲੰਬੇ ਟਾਈਮ ਤੋਂ ਜਿਹੜੀ ਜ਼ਰੂਰਤਾਂ ਸੀ ਇਸ ਹਲਕੇ ਦੀਆਂ ਪੂਰੀਆਂ ਹੀ ਨਹੀਂ ਹੋਈਆਂ। ਤਾਂ ਹੀ ਲੋਕਾਂ ਦਾ, ਮੈਂ ਤੁਹਾਨੂੰ ਕਹਿ ਰਿਹਾ, ਰੁਝਾਨ ਹੈ ਲੋਕਾਂ ਦੇ ਵਿੱਚ ਵੀ ਇਸ ਹਲਕੇ 'ਚੋਂ ਸਰਕਾਰ ਦਾ ਹਿੱਸਾ ਬਣਾਈਏ। ਜੇ ਸਰਕਾਰ ਦਾ ਹਿੱਸਾ ਹੋਵਾਂਗੇ ਤਾਂ ਡਿਵੈਲਪਮੈਂਟ ਲਈ ਪੈਸੇ ਆਉਣਗੇ। ਕੋਈ ਕਾਉਂਸਲਰ ਨਹੀਂ ਚਾਹੁੰਦਾ ਹੁੰਦਾ ਵੀ ਲੋਕ ਮੇਰੇ ਤਰਾਹੀ ਕਰਨ। ਪਰ ਇੱਕ ਇੱਥੇ ਹੋਰ ਪ੍ਰੋਬਲਮ ਹੈ। ਹੁਣ ਜਿਵੇਂ ਮੈਂ ਪਿਛਲੇ ਸਾਲ 'ਚ ਜਦੋਂ ਲੱਗੇ ਤੇ ਰਿਕੁਐਸਟ ਕਰਕੇ ਗਵਰਨਮੈਂਟ ਤੋਂ ਪੈਸੇ ਲੈ ਕੇ ਆਏ, ਤੇ ਜਦੋਂ ਡਿਵੈਲਪਮੈਂਟ ਵਾਲੇ ਕੰਮ ਸ਼ੁਰੂ ਕੀਤੇ ਤੇ ਯਾਰ MLA ਇਹ ਕੋਸ਼ਿਸ਼ ਕਰਦੇ ਆ ਵੀ ਜੇ ਸਾਡੇ ਤੋਂ ਨਹੀਂ ਹੋਇਆ ਤੇ ਕੋਈ ਹੋਰ ਵੀ ਨਾ ਕਰੇ। ਕਦੀ ਠੇਕੇਦਾਰਾਂ ਨੂੰ ਗਾਲਾਂ, ਕਦੀ ਅਫਸਰਾਂ ਨੂੰ ਗਾਲਾਂ ਵੀ ਤੁਹਾਡੀਆਂ ਸ਼ਿਕਾਇਤਾਂ, ਤੁਹਾਡੀਆਂ ਇਨਕੁਆਇਰੀਆਂ, ਵੀ ਕੰਮ ਡਿਲੇ ਹੋਏ, ਵੀ ਹਲਕਾ ਐਂ ਲੱਗੇ ਵੀ ਸਾਰਾ ਹਲਕਾ ਪੱਟਿਆ ਪਿਆ। ਹੁਣ ਜੇ ਕੋਈ ਕੰਮ ਹੋਣਾ ਹੈ, ਤੁਹਾਨੂੰ ਥੋੜ੍ਹੀ ਦੇਰ ਤਾਂ ਉਹਦੇ ਲਈ ਤਕਲੀਫ ਵੀ ਹੋਊਗੀ, ਪਰ ਤੁਹਾਡੇ ਸਾਹਮਣੇ ਹੈ। ਸਾਡੀ ਕੋਸ਼ਿਸ਼ ਹੈ, ਜਿਵੇਂ ਗੈਸਪੁਰੇ ਰੋਜ਼ ਗਾਰਡਨ ਵਾਲੇ ਪਾਰਕ ਦੇ ਆਲੇ ਦੁਆਲੇ ਕੀਤਾ ਹੈ, ਜਿਵੇਂ ਆ ਵੀ ਤੁਸੀਂ ਬਾਹਰ ਨਿਕਲੋਗੇ ਦੇਖੋਗੇ ਲੋਹਾਰੇ ਫਿਰਨੀ 'ਤੇ ਕੀਤਾ ਹੈ, RMC ਦੀ ਸੜਕ ਹੈ। ਵੀ ਇਹ ਤਾਂ ਪਤਾ ਵੀ ਨਹੀਂ। MLA ਸਾਹਿਬ ਨੂੰ ਆ ਕੇ ਇੱਥੇ ਇੱਕ ਦਿਨ ਕਹਿੰਦੇ, ਕੰਮ ਸ਼ੁਰੂ ਹੋਏ ਨੂੰ ਹਫਤਾ ਹੋ ਗਿਆ ਸੀ, ਤੇ ਆ ਕੇ ਕਹਿੰਦੇ ਸੜਕ ਲੁੱਕਦੀ ਬਣ ਰਹੀ ਹੈ, ਤੇ ਬਣਨੀ RMC ਦੀ ਸੀ। ਸੋ ਇਹਨਾਂ ਨੂੰ ਵਿਚਾਰਿਆਂ ਨੂੰ ਉਹ ਇੱਕ ਫਰਸਟ੍ਰੇਸ਼ਨ ਹੈ, ਕਿਉਂਕਿ ਆਪ ਕੀਤਾ ਨਹੀਂ। ਹੁਣ ਜਿਵੇਂ ਕਹਿੰਦੇ ਲੋਕ ਗਲ 'ਚ ਅੰਗੂਠਾ ਦਿੰਦੇ ਨੇ, ਤੇ ਗਲ 'ਚ ਅੰਗੂਠਾ ਦਿੰਦੇ ਨੇ ਤੇ ਉਹਦਾ ਜਵਾਬ ਇਹਨਾਂ ਕੋਲ ਹੈ ਨਹੀਂ। ਪਰ ਅਸੀਂ ਲੋਕਾਂ ਨਾਲ ਇਹ ਗੱਲ ਵਾਅਦਾ ਕੀਤਾ ਵੀ ਸਰਕਾਰ ਦਾ ਹਿੱਸਾ ਬਣਾਓ, ਤੁਹਾਨੂੰ ਕਿਸੇ ਚੀਜ਼ ਦੀ ਫੰਡਸ ਦੀ ਕਮੀ ਨਹੀਂ ਆਉਣ ਦਿਆਂਗੇ। ਸਰ, ਮੇਰਾ ਇੱਕ ਆਖਰੀ ਸਵਾਲ ਹੈ। ਕਾਂਗਰਸ ਪਾਰਟੀ ਦੇ ਵੱਲੋਂ ਜੋ ਚਰਨਜੀਤ ਚੰਨੀ ਜੀ ਨੇ ਉਹਨਾਂ ਨੂੰ CM ਫੇਸ ਐਲਾਨਿਆ ਗਿਆ ਹੈ, ਕੀ ਲੱਗਦਾ ਹੈ ਉਸਦਾ ਫਾਇਦਾ ਹੋਏਗਾ ਤੁਹਾਨੂੰ? ਸਰ ਬਿਲਕੁਲ ਫਾਇਦਾ ਹੋਊਗਾ। ਚੰਨੀ ਸਾਹਿਬ ਨੇ ਜੋ 111 ਦਿਨਾਂ 'ਚ ਕੀਤਾ, ਉਹ ਤਾਂ ਇੱਕ ਟ੍ਰੇਲਰ ਸੀ। ਜਿੱਦਣ ਅਨਾਊਂਸ ਹੋਏ ਚੰਨੀ ਸਾਹਿਬ, ਉਦਣ ਇਸ ਹਲਕੇ 'ਚ ਆਏ, ਲੁਧਿਆਣਾ ਸਾਊਥ 'ਚ ਆਏ, ਇੱਥੇ ਸਿਮਰਨ ਮੈਰਿਜ ਪੈਲੇਸ ਉੱਥੇ ਆਏ। ਤੁਸੀਂ ਯਕੀਨ ਮੰਨਿਓ, ਅਸੀਂ 5-5:30 ਦਾ ਟਾਈਮ ਦਿੱਤਾ ਵਰਕਰਾਂ ਨੂੰ, ਤੇ ਚੰਨੀ ਸਾਹਿਬ ਸਾਡੇ ਕੋਲ 9:40 'ਤੇ ਆਏ। 10 ਵਜੇ ਤੱਕ ਪ੍ਰਚਾਰ ਹੋ ਸਕਦਾ ਹੁੰਦਾ, ਇੱਕ ਥਾਂ ਉਹਨਾਂ ਨੇ ਹੋਰ ਜਾਣਾ ਸੀ। ਤੇ ਇੰਨੀ ਠੰਡ 'ਚ ਸਾਡਾ ਸਵੇਰੇ ਪ੍ਰੋਗਰਾਮ ਕਨਫਰਮ ਹੋਇਆ, ਤੇ ਸਿਰਫ ਅਸੀਂ ਸਵੇਰੇ 8-9 ਵਜੇ ਤੋਂ 5 ਵਜੇ ਤੱਕ ਜਿੰਨੇ ਕਹਿ ਸਕੇ ਸੁਨੇਹੇ ਦਿੱਤੇ, ਮੀਟਿੰਗਾਂ ਆਪਣੀਆਂ ਕਰੀ ਗਏ। ਤੇ ਉਹਦੇ ਬਾਵਜੂਦ ਉੱਥੇ ਇੰਨਾ ਭਾਰੀ ਇਕੱਠ, ਪੈਰ ਰੱਖਣ ਨੂੰ ਥਾਂ ਨਹੀਂ, ਤੇ ਲੋਕ 4.5 ਘੰਟੇ ਮਤਲਬ ਚੰਨੀ ਸਾਹਿਬ ਨੂੰ ਉਡੀਕ ਰਹੇ ਸੀ, ਸਿਰਫ ਸੁਣਨ ਨੂੰ, ਦੇਖਣ ਨੂੰ ਵੀ ਯਾਰ ਚੰਨੀ ਸਾਹਿਬ ਸਾਡੇ। ਇੱਕ ਲੋਕਾਂ 'ਚ ਆਸ ਦੀ ਕਿਰਨ ਹੈ ਵੀ ਇਹ ਸਾਡਾ CM ਹੈ। ਲੋਕਾਂ 'ਚ ਇੱਕ ਹੈ, ਮਤਲਬ ਵੀ ਮੈਂ, ਕਈ ਉਹਨਾਂ ਦੇ ਕੋਈ ਰਿਸ਼ਤੇਦਾਰ ਹੈ, ਕੋਈ ਦੂਰੋਂ, ਕੋਈ ਨੇੜਿਓਂ, ਇੱਥੇ ਹਲਕੇ। ਸੋ ਇਹ ਕਿਤੇ ਨਾ ਕਿਤੇ ਇੱਕ ਫੈਕਟਰ ਹੈ, ਇੱਕ ਬੌਂਡਿੰਗ ਹੈ। ਜਿੱਦਾਂ ਉਹਨਾਂ ਨੇ ਤੇਲ ਦੇ ਰੇਟ ਘਟਾਏ, ਜਿੱਦਾਂ ਬਿਜਲੀ ਦੇ ਰੇਟ ਘਟਾਏ, ਇਕੱਲੇ ਐਲਾਨ ਨਹੀਂ ਕੀਤੇ, ਇੰਪਲੀਮੈਂਟ ਕਰਕੇ ਦਿਖਾਏ। 10-10 ਰੁਪਏ ਤੇਲ ਦਾ ਰੇਟ ਘਟਣਾ ਛੋਟੀ ਗੱਲ ਹੈ। ਮਤਲਬ ਨੁਕਸ ਤਾਂ ਤੁਸੀਂ ਜਿਹਦੇ 'ਚ ਮਰਜ਼ੀ ਕੱਢੀ ਜਾਓ। ਹੁਣ ਕੇਜਰੀਵਾਲ ਨੂੰ ਨਹੀਂ, ਆਪ ਤਾਂ ਦਿੱਲੀ ਕੁਛ ਕਰਦੇ ਨਹੀਂ, ਇੱਥੇ ਨੁਕਸ ਕੱਢਦੇ ਨੇ। ਸੋ ਚੰਨੀ ਸਾਹਿਬ ਨੇ ਸਾਰਿਆਂ ਨੂੰ, ਜਿਵੇਂ ਕਹਿੰਦੇ ਇੱਕ ਵਾਧਿਓ ਐਂ ਕਰਤਾ। ਸਾਡੇ ਤਾਂ ਉਦੋਂ ਦੀਵਾਲੀ ਵਰਗਾ ਮਾਹੌਲ ਸੀ, ਪਟਾਕੇ ਚੱਲ ਰਹੇ ਸੀ ਜਿੱਦਣ ਨੂੰ ਅਨਾਊਂਸ ਹੋਏ ਨੇ, ਲੋਕ ਭੰਗੜੇ ਪਾ ਰਹੇ ਸੀਗੇ, ਢੋਲ ਵੱਜ ਰਹੇ, ਜਿੱਥੇ ਜਾਈਏ ਖੁਸ਼ੀਆਂ, ਲੋਕ ਮਤਲਬ ਇੰਨਾ ਉਤਸ਼ਾਹ ਹੈ ਚੰਨੀ ਸਾਹਿਬ ਦਾ। ਮੈਂ ਕਦੀ ਕਿਸੇ ਲੀਡਰ ਦੇ ਲਈ ਇੰਨਾ ਉਤਸ਼ਾਹ ਦੇਖਿਆ ਨਹੀਂ, ਤੁਹਾਨੂੰ ਸੱਚੀ ਦੱਸਾਂ। ਮੈਂ ਪਹਿਲੀ ਵਾਰੀ ਇੰਨਾ ਉਹਨਾਂ ਲਈ ਉਹ ਅਹਿਸਾਸ ਕੀਤਾ ਕਿ ਯਾਰ ਹਾਂ, ਜਦੋਂ ਮਾਸ ਲੀਡਰ ਹੁੰਦਾ ਤੇ ਉਹਦਾ ਇਫੈਕਟ ਹੁੰਦਾ। ਸਿੱਧੂ ਸਾਹਿਬ ਖੁਸ਼ ਨੇ ਇਸ ਫੈਸਲੇ ਤੋਂ?
ਬਿਲਕੁਲ ਪਾਰਟੀ ਦਾ ਫੈਸਲਾ, ਉਹਨਾਂ ਨੇ ਕਿਹਾ ਵੀ ਮੈਂ ਪ੍ਰਧਾਨ ਰਹਿ ਕੇ ਸੇਵਾ ਕਰੂੰਗਾ। ਦੇਖੋ ਖਾਹਿਸ਼ ਹਰ ਬੰਦੇ ਦੀ ਹੁੰਦੀ ਹੈ, ਮੇਰੀ ਵੀ ਖਾਹਿਸ਼ ਹੈ ਮੈਂ ਮੁੱਖ ਮੰਤਰੀ ਬਣਾ। ਕਿਉਂ ਕਿ ਮੇਰੇ ਜਿਹੜੇ ਬਾਹਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ 'ਚੋਂ ਵੀ ਕਿਸੇ ਦੀ ਖਾਹਿਸ਼ ਹੋ ਸਕਦੀ ਹੈ। ਕਿੰਨਿਆਂ ਦੀ ਖਾਹਿਸ਼ ਸੀ ਵੀ MLA ਬਣੀਏ, ਪਰ ਹਾਂ ਬਣਨਾ ਇੱਕ ਨੇ ਹੁੰਦਾ। ਸੋ ਇਹ ਇੱਕ ਟੀਮ ਐਫਰਟ ਹੈ, ਇਕੱਲਾ ਬੰਦਾ ਕੁਛ ਨਹੀਂ ਹੁੰਦਾ। ਇਹ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਕੰਬੀਨੇਸ਼ਨ ਹੈ, ਇਹ ਜੋੜੀ ਹੈ, ਨਾਲ ਜਾਖੜ ਸਾਹਿਬ ਨੇ, ਆਸ਼ੂ ਜੀ ਨੇ। ਇੱਕ ਟੀਮ ਵਰਕ ਹੈ। ਕਾਂਗਰਸ ਇੱਕ ਬੰਦੇ ਦੀ ਪਾਰਟੀ ਨਹੀਂ। ਹਾਂ ਉਹਨਾਂ ਨੂੰ ਫੇਸ ਬਣਾਇਆ ਉਹਦਾ, ਉਹ ਕਿਉਂਕਿ ਉਹ ਕੰਮ ਕਰ ਰਹੇ ਸੀ, ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ, ਉਹਦਾ ਕਾਂਗਰਸ ਨੂੰ ਫਾਇਦਾ ਮਿਲੂਗਾ। ਧੰਨਵਾਦ ਗੱਲਬਾਤ ਕਰਨੀ ਸਰ। ਸੋ ਇਹ ਸਨ ਈਸ਼ਵਰਜੋਤ ਸਿੰਘ ਚੀਮਾ ਜੀ, ਲੁਧਿਆਣਾ ਦੱਖਣੀ ਜੋ ਹਲਕਾ ਹੈ ਉਸ ਦੇ ਉੱਤੋਂ ਕਾਂਗਰਸ ਪਾਰਟੀ ਵੱਲੋਂ ਇਹ ਉਮੀਦਵਾਰ ਨੇ, ਔਰ ਇਹਨਾਂ ਦਾ ਕਹਿਣਾ ਹੈ ਕਿ ਜੋ ਵਿਕਾਸ ਦੀਆਂ ਨੀਤੀਆਂ ਹੋਣਗੀਆਂ ਇਹਨਾਂ ਉਹ ਲਾਗੂ ਕਰਨਗੇ, ਔਰ ਇਲਾਕੇ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ, ਸੜਕਾਂ ਹੋ ਗਈਆਂ, ਸੀਵਰੇਜ ਹੋ ਗਏ, ਜਾਂ ਫਿਰ ਸਿਹਤ ਔਰ ਸਿੱਖਿਆ, ਜੋ ਅਹਿਮ ਮੁੱਦੇ ਨੇ ਇਕੱਲੇ ਇਸ ਹਲਕੇ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਉਹ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੱਡੇ ਦਾਅਵੇ ਵੀ ਕੀਤੇ ਗਏ ਨੇ। ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਮੁੱਦਿਆਂ ਨੂੰ ਹੀ ਅੱਗੇ ਲੈ ਕੇ ਆਉਣਗੇ ਅਤੇ ਆਪਣਾ ਜੋ ਉਮੀਦਵਾਰ ਅਗਰ ਇਹ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਇਹ ਉਹਨਾਂ ਨੀਤੀਆਂ ਨੂੰ ਹਲਕੇ ਦੇ ਵਿੱਚ ਲਾਗੂ